आज मैं जहाँ पर डिस्ट्रिक्ट कोर्ट लुधियाना शहर में बैठा हूँ, तो पब्लिक को हम अवेयर करने के लिए, पब्लिक को थोड़ा सा ज्ञान देने के लिए कि प्रॉपर्टी में जो प्रॉब्लम आती है, लोग खरीदते हैं, बेचते हैं, और जो इंतकाल के बाद वो फ़र्द में जब उनका नाम वगैरह चढ़ता है, तो आज हमारे साथ तीर्थ गरेवाल जी हैं, जो एडवोकेट हैं, सोशल एक्टिविस्ट हैं, किसान भी हैं और नेता भी मैं कह सकता हूँ। ये समाज सेवा में बढ़कर भाग लेते हैं और लोगों की समस्याओं को दूर करते हैं। तो आज इसी श्रृंखला में हमको बता रहे हैं कि ये जो फ़र्द होती है सरकार में जो चढ़ती है, उसके ऊपर प्रॉपर्टी का ब्यौरा होता है, उसके बारे तीर्थ गरेवाल जी हमें बताएंगे कि ये क्या होती है फ़र्द। मेरे को नहीं मालूम, किसी और आम लोगों को नहीं मालूम, तो इसके बारे कुछ जो टिप्स हैं मेरे को तीर्थ गरेवाल जी बताने जा रहे हैं। ਸਤਿ ਸ਼੍ਰੀ ਅਕਾਲ ਸ਼੍ਰੀਪਾਲ ਜੀ ਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਅੱਜ ਆਪਾਂ ਫਰਦ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ। ਫਰਦ ਜਿਹੜੀ ਹੁੰਦੀ ਆ, ਇਹ ਇੱਕ ਐਸਾ ਕਾਗਜ਼ ਆ ਜਿਹਦੇ ਵਿੱਚ ਤੁਹਾਡੀ ਪ੍ਰਾਪਰਟੀ ਦੀ ਮਾਲਕੀਅਤ ਦਰਸਾਈ ਜਾਂਦੀ ਹੈ, ਲੇਕਿਨ ਇਹਦੇ ਅੰਦਰ ਬਹੁਤ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ। ਸ਼੍ਰੀਪਾਲ ਜੀ, ਸਭ ਤੋਂ ਪਹਿਲਾਂ ਜਿਹੜਾ ਬੰਦਾ ਕੰਮ ਕਰਦਾ ਵਾ ਉਹ ਇੱਕ ਪ੍ਰਾਪਰਟੀ ਪਰਚੇਜ਼ ਕਰਦਾ ਵਾ। ਪ੍ਰਾਪਰਟੀ ਪਰਚੇਜ਼ ਕਰਕੇ ਉਹਦੀ ਸੇਲ ਡੀਡ ਕਰਾਉਂਦਾ ਜੀ। ਸੇਲ ਡੀਡ ਕਹਿ ਲਓ, ਰਜਿਸਟਰੀ ਕਰਾ ਲਓ, ਬੇਨਾਮਾ ਕਰਾ ਲਓ, ਜਾਂ ਕੋਈ ਵੀ ਚੀਜ਼ ਆ ਪ੍ਰਾਪਰਟੀ ਤੁਹਾਡੇ ਨਾਂ 'ਤੇ ਇੱਕ ਰਜਿਸਟਰਡ ਡਾਕੂਮੈਂਟ ਦੇ ਥਰੂ ਹੀ ਚੜ੍ਹ ਸਕਦੀ, ਜੋ ਤਹਿਸੀਲ ਦਫ਼ਤਰ ਦੇ ਵਿੱਚ ਰਜਿਸਟਰ ਹੁੰਦੇ ਨੇ। ਹੁਣ ਜਦੋਂ ਤੁਸੀਂ ਆਪਣੇ ਰਜਿਸਟਰੀ ਕਰਾਉਣ ਜਾਂਦੇ ਨੇ, ਉਸ ਟਾਈਮ ਤੁਹਾਡੀ ਇੱਕ ਇੰਤਕਾਲ ਦੀ ਫੀਸ ਜਮ੍ਹਾਂ ਹੁੰਦੀ ਆ। ਤੁਸੀਂ ਉਸ ਰਸੀਦ ਨੂੰ ਲੈ ਕੇ ਆਪਣੇ ਸੰਬੰਧਿਤ ਪਟਵਾਰਖਾਨਾ ਜਾ ਕੇ ਉੱਥੇ ਪਟਵਾਰੀ ਸਾਹਿਬ ਨੂੰ ਤੁਸੀਂ ਆਪਣਾ ਇੰਤਕਾਲ ਮਨਜ਼ੂਰ ਹੋਣ ਵਾਸਤੇ ਦਿੰਦੇ ਹੋ। ਜਦੋਂ ਤੁਹਾਡਾ ਇੰਤਕਾਲ ਮਨਜ਼ੂਰ ਹੋ ਜਾਂਦਾ, ਫਿਰ ਉਹ 12 ਨੰਬਰ ਜਿਹੜੀ ਪੁਰਾਣੀ ਹੱਥ ਲਿਖੀ ਫਰਦ ਆ ਉਹਦੇ ਵਿੱਚ ਚੜ੍ਹਦਾ ਵਾ, ਜਿਹਨੂੰ ਰਿਮਾਰਕਸ ਕਾਲਮ ਕਹਿੰਦੇ ਆ, ਅਤੇ ਜਿਹੜੀ ਨਵੀਂ ਇਲੈਕਟ੍ਰੋਨਿਕ ਫਰਦ ਆ ਉਹਦੇ 'ਚ 8 'ਚ ਚੜ੍ਹਦਾ। ये देखिए पहले फ़र्द दिखा रहे हैं, इलेक्ट्रॉनिक फ़र्द देख लीजिए। ये कौन सी है? ये हाथ से जो बनती थी, ये वो दिखा रहे हैं। जैसे पहले हाथ से जो फ़र्द थी, पुराने समय से चला आ रहा है कि हाथ से जो कौन इनको करते, थोड़ा सा आप भी बताइए। हाँ जी, ਇਹ ਫਰਦ ਹੈ। ਇੱਥੇ ਉਸ ਬੰਦੇ ਦਾ ਨਾਮ ਆਉਣਾ ਵਾ ਜਿੱਦੋਂ ਤੁਸੀਂ ਪ੍ਰਾਪਰਟੀ ਖਰੀਦੀ ਆ। ਜਦੋਂ ਤੁਹਾਡਾ ਇੰਤਕਾਲ ਮਨਜ਼ੂਰ ਹੋ ਗਿਆ, ਤੁਹਾਡਾ ਇਸ ਕਾਲਮ ਦੇ ਵਿੱਚ ਰਪਟ ਵੱਜ ਕੇ ਤੁਹਾਡਾ ਨਾਮ ਆਉਣਾ ਵਾ। ਇਹ ਉਹ ਖਸਰਾ ਨੰਬਰ ਨੇ ਜਿਹੜੇ ਰਕਬੇ 'ਚ ਤੁਸੀਂ ਜਗ੍ਹਾ ਖਰੀਦੀ ਆ, ਤੁਹਾਡਾ ਇੱਥੇ ਨਾਮ ਆਊਗਾ ਜੀ। ਇਹ ਸੀਗੀ ਪੁਰਾਣੀ ਫਰਦਾਂ। ਅਤੇ ਜਿਹੜੀ ਨਵੀਂ ਇਲੈਕਟ੍ਰੋਨਿਕ ਫਰਦ ਆ ਜੀ, ਜਿਹੜੀ ਸੁਵਿਧਾ ਕੇਂਦਰ ਤੋਂ ਨਿਕਲਦੀ ਹੈ ਜੀ, ਉਹ ਆਵਲੀ ਆ। ਇਹਦੇ ਅੰਦਰ 8 ਕਾਲਮ ਨੇ ਜੀ। 8 ਕਾਲਮ ਦੇ ਵਿੱਚ ਇੱਥੇ ਰਿਪੋਰਟ ਕਰਕੇ ਤੁਹਾਡੇ ਨਾਂ 'ਤੇ ਆਊਗਾ ਤੁਸੀਂ ਜ਼ਮੀਨ ਦੇ ਉੱਤੇ ਕੋਈ ਲੋਨ ਲਿੱਤਾ ਵਾ, ਨਹੀਂ ਲਿੱਤਾ ਵਾ। ਇਸ ਕਰਕੇ ਜ਼ਮੀਨ ਲੈਣ ਤੋਂ ਪਹਿਲਾਂ ਹਮੇਸ਼ਾ ਇੱਧਰ ਵਾਲਾ ਜਿਹੜਾ ਕਾਲਮ ਆ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਓ। ਸ਼੍ਰੀਪਾਲ ਜੀ, ਸਿੰਪਲ ਪੰਜਾਬੀ ਦੇ ਵਿੱਚ ਲਿਖਿਆ ਵਾ, ਹਰੇਕ ਬੰਦਾ ਪੜ੍ਹ ਸਕਦਾ ਵਾ, ਲੇਕਿਨ ਲੋਕਾਂ ਨੂੰ ਡਰ ਲੱਗਦਾ ਪਤਾ ਨਹੀਂ ਪੜ੍ਹਾਂਗੇ ਪਤਾ ਨਹੀਂ ਕੀ ਚੀਜ਼ ਨਿਕਲੂਗੀ। ਬੜੀ ਸਿੰਪਲ ਗੱਲ ਆ ਜੀ। ਇੱਥੇ ਲਿਖਿਆ ਹੁੰਦਾ, ਤੁਸੀਂ ਆਪਣਾ ਦੇਖ ਲਓ। 4 ਸਾਲਾਂ ਬਾਅਦ ਤੁਹਾਡਾ ਨਾਮ ਇੱਥੋਂ ਦੀ, ਜੇ ਤੁਸੀਂ ਪ੍ਰੋਪਰਟੀ ਅੱਗੇ ਨਹੀਂ ਵੇਚਦੇ, ਤੁਹਾਡਾ ਨਾਮ ਫਿਰ ਇੱਥੇ ਓਨਰ ਦੇ ਕਾਲਮ 'ਚ ਆ ਜਾਊਗਾ। यानी 4 साल के बाद 8 नंबर से तो मेन कॉलम में नाम आ जाएगा, जहाँ पर 3 नंबर कॉलम में नाम आ जाता है। तो ये कह रहे हैं कि जब भी आप प्रॉपर्टी खरीदते हैं, इंतकाल के बाद आपका नाम फ़र्द में चढ़ता है। फ़र्द जो है इलेक्ट्रॉनिक है, वो आप कहाँ से निकलते हैं? फ़र्द कहाँ से निकलवानी पड़ती है आदमी जो निकलवाना चाहे, आम पब्लिक? ਦੇਖੋ ਜੀ, ਬਹੁਤ ਸਰਕਾਰ ਨੇ ਵਧੀਆ ਕੰਮ ਕੀਤਾ ਵਾ ਜੀ। ਇਲੈਕਟ੍ਰੋਨਿਕ ਫਰਦਾ ਕਰਕੇ ਸਾਰਾ ਰਿਕਾਰਡ ਜਿਹੜਾ ਇਲੈਕਟ੍ਰੋਨਿਕ ਕਰ ਰਹੇ ਨੇ ਜੀ। ਹਜੇ ਵੀ ਬੜੇ ਪਿੰਡ ਨੇ ਜਿਨ੍ਹਾਂ ਵਿੱਚ ਤੁਹਾਡਾ ਰਿਕਾਰਡ ਹਜੇ ਚੜ੍ਹਨਾ ਬਾਕੀ ਆ, ਉੱਥੇ ਹਜੇ ਵੀ ਹੱਥ ਨਾਲ ਫਰਦਾਂ ਨਿਕਲਦੀਆਂ ਨੇ। ਇਹ ਤੁਹਾਨੂੰ ਸੰਬੰਧਿਤ ਆਪਣੇ ਪਟਵਾਰਖਾਨੇ ਤੋਂ ਬਾਅਦ ਚੱਲੂਗਾ। ਜਿਹੜੇ ਇਲੈਕਟ੍ਰੋਨਿਕ ਫਰਦਾਂ ਨੇ ਉਹ ਸੁਵਿਧਾ ਸੈਂਟਰ ਬਣੇ ਹੋਏ ਆ। 25 ਰੁਪਏ ਦੀ ਕੋਈ ਫੀਸ ਲੱਗਦੀ ਆ, ਐਵੇਂ ਕੁਝ ਫੀਸ ਹੈਗੀ ਆ। ਹਜੇ ਮੈਂ ਗਿਆ ਨਹੀਂ, ਬਹੁਤ ਦੇਰ ਹੋ ਗਈ, ਅਤੇ ਬੜੀ ਨੋਮੀਨਲ ਫੀਸ ਆ, ਉਹ ਤੁਸੀਂ ਕਢਾ ਲਓ। ਉਹ 'ਚ ਨਾ ਬੜਾ ਐਵੇਂ ਵਹਿਮ ਪਾਇਆ ਹੋਇਆ ਕਿ ਜੀ 500 ਰੁਪਇਆ ਲੱਗ ਗਿਆ, 400 ਰੁਪਏ ਲੱਗ ਗਿਆ। ਲੱਖਾਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਜੇ 200-400 ਰੁਪਏ ਲੱਗ ਵੀ ਗਿਆ ਤਾਂ ਫਿਰ ਕੀ ਹੋ ਗਿਆ? अच्छा वकील साहब, कुछ लोग कहते अपना कंप्यूटर ऑन करो, ਤੁਹਾਨੂੰ ਉੱਥੇ ਵੀ ਆਪਣਾ ਖਸਰਾ ਨੰਬਰ ਵਗੈਰਾ ਪਰ ਉੱਥੇ ਤਾਂ ਡਿਟੇਲ ਆ ਜਾਂਦੀ ਹੈ, ਕੰਪਿਊਟਰ 'ਤੇ ਵੀ ਆਉਂਦੀ ਹੈ। ਹਾਂਜੀ, ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ। ਪੰਜਾਬ ਲੈਂਡ ਰਿਕਾਰਡ ਸੁਸਾਇਟੀ ਆ, ਉਹ ਬਹੁਤ ਵਧੀਆ ਵਾ। ਉਹ ਤੁਸੀਂ ਆਪਣੇ ਨੈੱਟ 'ਤੇ ਜਾਓ, ਪੰਜਾਬ ਲੈਂਡ ਰਿਕਾਰਡ ਸੁਸਾਇਟੀ, ਉੱਥੇ ਫਰਦ ਕਰਕੇ ਆਉਂਦਾ ਵਾ। ਜੇ ਤੁਸੀਂ ਕਹਿੰਦੇ ਆਪਾਂ ਕੰਪਿਊਟਰ 'ਤੇ ਤੁਹਾਨੂੰ ਔਨ ਕਰਕੇ ਵੀ ਦਿਖਾ ਦਿੰਦੇ, ਉਹਦੇ ਤੁਸੀਂ ਆਪਣੇ ਨੰਬਰ ਭਰੋ, ਪਿੰਡ ਦਾ ਨਾਮ ਭਰੋ, ਤਹਿਸੀਲ ਭਰੋ। ਜੇ ਤੁਹਾਡਾ ਇਲੈਕਟ੍ਰੋਨਿਕ ਰਿਕਾਰਡ ਹੋ ਚੁੱਕਿਆ ਵਾ, ਤੁਹਾਨੂੰ ਆਪਣਾ ਰਿਕਾਰਡ ਉੱਥੋਂ ਵੀ ਮਿਲ ਜਾਊਗਾ। ਇਸ ਕਰਕੇ ਤੁਹਾਨੂੰ ਸੈਂਟਰ ਜਾਣ ਦੀ ਵੀ ਲੋੜ ਨਹੀਂ ਹੈਗੀ, ਤੁਸੀਂ ਉੱਥੋਂ ਵੀ ਆਪਣੀ ਫਰਦ ਜਮ੍ਹਾਂਬੰਦੀ ਜਿਹੜੀ ਹੈਗੀ ਆ ਉਹ ਕਢਾ ਸਕਦੇ ਹੋ। ਇੱਕ ਹੋਰ ਚੀਜ਼, ਇੱਕ ਹੁੰਦੀ ਆ ਖਸਰਾ ਗਿਰਦਾਵਰੀ ਜੀ। ਇਹ ਹਰ 4 ਸਾਲਾਂ ਬਣਦੀ ਆ, ਮਤਲਬ ਸਾਲ 'ਚ 2 ਵਾਰੀ ਇਹ ਤਿਆਰ ਕਰਦੇ ਆ ਕਿ ਕਿਹੜੀ ਜ਼ਮੀਨ 'ਤੇ ਕਿਹੜੀ ਫਸਲ ਲੱਗੀ ਹੋਈ ਆ। ਉਹ ਆ ਵਾ ਜੀ, ਠੀਕ ਆ ਇੱਥੇ ਕਾਲਮ ਆ ਜਾਂਦਾ ਜੀ, ਕਿਹੜੀ ਜ਼ਮੀਨ ਨੂੰ ਕੌਣ ਬਾਹ ਰਿਹਾ ਵਾ, ਅਤੇ ਉਹ ਜਿਹੜਾ ਖਸਰਾ ਨੰਬਰ ਆ ਉਹਦੇ 'ਚ ਕਿਸ ਚੀਜ਼ ਦੀ ਖੇਤੀ ਹੋ ਰਹੀ ਹੈ। ਇਹ ਬੜੀ ਜ਼ਰੂਰੀ ਗੱਲ ਆ ਜੀ। ਇਹਦੇ ਵਿੱਚ ਤੁਹਾਨੂੰ ਪਤਾ ਚੱਲ ਜਾਂਦਾ ਕਿ ਜਿਹੜੀ ਤੁਸੀਂ ਜ਼ਮੀਨ ਲੈ ਰਹੇ ਹੋ ਉਹਦਾ CLU ਹੋਇਆ ਵਾ ਕਿ ਨਹੀਂ। ਜੇ ਤੁਸੀਂ ਕਿਤੇ ਘਰ ਲੈ ਰਹੇ ਹੋ ਤਾਂ ਉਹਦੀ ਖਸਰਾ ਗਿਰਦਾਵਰੀ 'ਚ ਹਜੇ ਵੀ ਖੇਤੀ ਬੋਲਦੀ ਆ, ਅਤੇ ਆਈ ਐਮ ਸੌਰੀ ਟੂ ਸੇ ਤੁਸੀਂ ਕਿਸੇ ਇਲੀਗਲ
ਏਰੀਆ ਦੇ ਵਿੱਚ ਆਪਣੀ ਜ਼ਮੀਨ ਲੈ ਰਹੇ ਹੋ ਤੇ ਕੱਲ ਨੂੰ ਤੁਹਾਡੇ ਖਿਲਾਫ ਸਰਕਾਰ ਐਕਸ਼ਨ ਲੈ ਸਕਦੀ ਹੈ। तीर्थ गरेवाल जी, आप एडवोकेट हैं, आप लोग अच्छी अच्छी जो सजेशन है लोगों को देते हैं। एक बार फिर मेरे को थोड़ा सा बता दीजिए, इंतकाल हुआ, इंतकाल के बाद जमाबंदी, फ़र्द, ये सब कुछ गदावरी वगैरह, ये थोड़ा सा एक बार ब्रीफ में एक बार थोड़ा सा बता दीजिए प्लीज़। ਸ਼੍ਰੀਪਾਲ ਜੀ, ਮੈਂ ਗਿਆ ਪ੍ਰੋਪਰਟੀ ਲੈਣ, ਮੈਂ ਪ੍ਰੋਪਰਟੀ ਦੇ ਪੈਸੇ ਦਿੱਤੇ। ਅਗਲਾ ਸਟੈਪ ਹੈਗਾ ਰਜਿਸਟਰੀ ਦਾ। ਮੈਂ ਸਬ ਰਜਿਸਟਰ ਆਫਿਸ ਗਿਆ, ਉੱਥੇ ਵਿਟਨੈਸ ਸੀਗੇ, ਉੱਥੇ ਰਜਿਸਟਰੀ ਹੋਈ। ਰਜਿਸਟਰੀ ਕਰਾਉਂਦੇ ਵੇਲੇ ਮੇਰੇ ਤੋਂ ਪੈਸੇ ਲਿੱਤੇ ਗਏ, ਜਿਹੜੀ ਸਰਕਾਰੀ ਫੀਸਾਂ ਨੇ। ਸਰਕਾਰੀ ਫੀਸ ਲੈ ਕੇ ਮੈਂ ਸੰਬੰਧਿਤ ਪਟਵਾਰਖਾਨੇ ਕੋਲ ਜਾਣਾ ਵਾ, ਜਿੰਨਾ ਜਲਦੀ ਹੋ ਸਕੇ ਉੱਧਰ ਮੈਂ ਜਾ ਕੇ ਪਟਵਾਰੀ ਸਾਹਿਬ ਨੂੰ ਮੈਂ ਦੇਣਾ ਜੀ ਮੇਰੇ ਨਾਂ 'ਤੇ ਇੰਤਕਾਲ ਚਾੜ੍ਹ ਦਿੱਤਾ ਜਾਵੇ। ਪਟਵਾਰੀ ਸਾਹਿਬ ਉੱਥੇ ਮੇਰੇ ਨਾਂ 'ਤੇ ਇੰਤਕਾਲ ਚਾੜ੍ਹਨਗੇ। ਉਹ ਤੋਂ ਬਾਅਦ ਉੱਥੇ ਪਰਤ ਪਟਵਾਰ ਹੁੰਦੀ ਆ। ਪਰਤ ਪਟਵਾਰ ਦੇ ਵਿੱਚ ਤੁਹਾਡੀ ਐਂਟਰੀ ਪਊਗੀ, ਜਿਹਨੂੰ ਕਨਗੋ ਸਾਹਿਬ ਤਸਦੀਕ ਕਰਨਗੇ, ਫਿਰ ਤਹਿਸੀਲਦਾਰ ਸਾਹਿਬ ਓਕੇ ਕਰਨਗੇ। ਉਹ ਤੋਂ ਬਾਅਦ ਉਹਦੇ ਇੱਕ ਕਾਪੀ ਹੈਗੀ ਆ ਪਰਤ ਸਰਕਾਰ, ਉਹ ਜਾਂਦੀ ਆ ਸਦਰ ਕਨਗੋ ਕੋਲੇ। ਇੱਥੇ ਆਪਣੇ ਕਨਗੋ ਆਫਿਸ ਮੇਨ ਉੱਥੇ ਜਮ੍ਹਾਂ ਹੁੰਦਾ ਵਾ। ਉੱਥੇ 100-150 ਸਾਲ ਪੁਰਾਣਾ ਵੀ ਲੈਂਡ ਰਿਕਾਰਡ ਅਜੇ ਵੀ ਪਿਆ ਵਾ, ਕਿਹਦੇ ਕੋਲੋਂ ਜ਼ਮੀਨ ਕਿਹਦੇ ਕੋਲ ਆਈ। ਮਤਲਬ ਦੋ ਤਰਫ ਹੋ ਗਿਆ ਕਿ ਤਾਂ ਕਿ ਫਰਾਡ ਜਿਹੜਾ ਵਾ ਉਹਨੂੰ ਬਚਿਆ ਸਕੇ। ਫਿਰ ਜਦੋਂ ਤੁਹਾਡਾ ਨਾਮ ਪਰਤ ਪਟਵਾਰ ਤੇ ਪਰਤ ਸਰਕਾਰ ਚੜ੍ਹ ਗਿਆ, ਫਿਰ ਉਹ ਤੋਂ ਬਾਅਦ ਉਹਦੀ ਐਂਟਰੀ ਪੈਣੀ ਹੈ ਫਰਦ ਦੇ ਵਿੱਚ। ਫਰਦ ਦੇ ਇਲੈਕਟ੍ਰੋਨਿਕ 'ਚ 8 ਨੰਬਰ ਕਾਲਮ 'ਚ ਪੈਣੀ ਆ, ਹੱਥ ਵਾਲੇ 'ਚ 12 ਨੰਬਰ 'ਚ ਪੈਣੀ ਆ। ਜਦੋਂ ਤੁਹਾਡਾ ਨਾਮ ਉੱਥੇ ਆ ਗਿਆ, ਫਿਰ ਤੁਸੀਂ ਤੁਹਾਡੀ ਪ੍ਰੋਪਰਟੀ ਜਿਹੜੀ ਆ ਉੱਥੇ ਤੁਸੀਂ ਸਿਕਿਉਰ ਹੋ। ਫਿਰ ਤੁਸੀਂ ਬੈਂਕ ਲੋਨ ਵੀ ਲੈ ਸਕਦੇ ਹੋ, ਸਰਕਾਰੀ ਸੁਵਿਧਾ ਵੀ ਲੈ ਸਕਦੇ ਹੋ, ਸਭ ਕੁਝ ਲੈ ਸਕਦੇ ਹੋ। तो जैसे तीर्थ गरेवाल जी एडवोकेट जो लुधियाना डिस्ट्रिक्ट कोर्ट में है, फर्स्ट फ्लोर पे इनका कैबिन है, तो समय समय पर हमको अच्छे अच्छे टिप्स देते रहते हैं प्रॉपर्टी के बारे। तो मैं तीर्थ गरेवाल जी का बहुत धन्यवाद करता हूँ। इन्होंने हमें फ़र्द के बारे बताया कि इंतकाल का जो है नंबर वगैरह फ़र्द में जाता है, कौन से खाने में जाता है। धन्यवाद तीर्थ गरेवाल जी, धन्यवाद। थैंक यू श्रीपाल जी, थैंक यू सारे स्रोते का, थैंक यू।